ਬਹੁਤ ਹੀ ਪਿਆਰੇ ਵਿਦਿਆਰਥੀਓ, ਇਸ ਵੀਡੀਓ ਵਿੱਚ ਆਪ ਜੀ ਦਾ ਸਵਾਗਤ ਹੈ। ਇਸ ਵੀਡੀਓ ਵਿੱਚ ਅਸੀਂ ਕਰਨ ਜਾ ਰਹੇ ਹਾਂ NMMS ਸਬਜੈਕਟ ਐਪਟੀਟਿਊਡ ਟੈਸਟ 2021 ਪੇਪਰ ਸੌਲਵਡ। ਚਲੋ ਹੁਣ ਇਸ ਦੇ ਚੱਲਦੇ ਹਾਂ ਪਹਿਲੇ ਪ੍ਰਸ਼ਨ, ਜੋ ਕਿ 91ਵਾਂ ਪ੍ਰਸ਼ਨ ਹੈ। ਵਾਯੂਮੰਡਲੀ ਦਬਾਅ ਨੂੰ ਮਾਪਣ ਲਈ ਕਿਸ ਯੰਤਰ ਦੀ ਵਰਤੋਂ ਕੀਤੀ ਜਾਂਦੀ ਹੈ? ਉੱਤਰ ਹੈ ਮੈਨੋਮੀਟਰ। ਕਰੰਟ ਦੀ SI ਇਕਾਈ ਕੀ ਹੈ? ਉੱਤਰ ਹੈ ਐਂਪੀਅਰ। ਅਗਲਾ ਪ੍ਰਸ਼ਨ, ਰਮੇਸ਼ ਨੇ ਮੇਜ਼ 'ਤੇ ਪਈ ਇੱਕ ਕਿਤਾਬ ਨੂੰ ਧੱਕਿਆ ਤਾਂ ਕਿ ਕਿਤਾਬ ਥੋੜ੍ਹੀ ਦੂਰੀ ਤੱਕ ਚੱਲ ਕੇ ਰੁਕ ਗਈ। ਅਜਿਹਾ ਕਿਸ ਬਲ ਕਾਰਨ ਹੋਇਆ? ਉੱਤਰ ਹੈ ਰਗੜ ਬਲ। ਜੇਕਰ ਆਪਾਤੀ ਕੋਣ 45 ਡਿਗਰੀ ਹੈ ਤਾਂ ਪਰਾਵਰਤਿਤ ਕੋਣ ਕਿੰਨਾ ਹੋਵੇਗਾ? ਇਸ ਦਾ ਉੱਤਰ ਹੈ 45 ਡਿਗਰੀ। ਮੀਂਹ ਪੈਣ ਉਪਰੰਤ ਮੀਨਾ ਨੇ ਸਤਰੰਗੀ ਪੀਂਘ ਵੇਖੀ ਤਾਂ ਉਸ ਨੂੰ ਕਿੰਨੇ ਰੰਗ ਦਿਖੇ? ਇਸ ਦਾ ਉੱਤਰ ਹੈ 7 ਰੰਗ। ਕਿਸੇ ਵਸਤੂ ਵਿੱਚ ਗਤੀ ਕਾਰਨ ਪੈਦਾ ਹੋਈ ਊਰਜਾ ਗਤਿਜ ਊਰਜਾ ਹੈ। ਅਗਲਾ ਪ੍ਰਸ਼ਨ, ਸੂਰਜ ਵਿੱਚ ਹਾਈਡਰੋਜਨ ਡੈਸ਼ ਵਿੱਚ ਤਬਦੀਲ ਹੁੰਦੀ ਹੈ। ਹਾਈਡਰੋਜਨ ਹੀਲੀਅਮ ਵਿੱਚ ਤਬਦੀਲ ਹੋ ਜਾਂਦੀ ਹੈ। ਆਵਰਤ ਕਾਲ ਦਾ ਉਲਟ ਕੀ ਕਹਾਉਂਦਾ ਹੈ? ਉੱਤਰ ਹੈ ਆਵਰਤੀ। ਜਦੋਂ ਵਸਤੂ ਨੂੰ ਇੱਕ ਉੱਤਲ ਲੈਂਸ ਦੇ F ਅਤੇ 2F ਦੇ ਵਿਚਕਾਰ ਰੱਖਿਆ ਜਾਂਦਾ ਹੈ ਤਾਂ ਪ੍ਰਤੀਬਿੰਬ ਕਿੱਥੇ ਬਣਦਾ ਹੈ? ਉੱਤਰ ਹੈ 2F ਤੋਂ ਪਰਾਂ। ਅਗਲਾ ਪ੍ਰਸ਼ਨ, ਖਿਤਿਜੀ ਦਿਸ਼ਾ ਵਿੱਚ ਇੱਕ ਸਮਾਨ ਗਤੀ ਨਾਲ ਚੱਲ ਰਹੇ ਇੱਕ ਹਵਾਈ ਜਹਾਜ਼ ਵਿੱਚੋਂ ਇੱਕ ਬੰਬ ਸੁੱਟਿਆ ਜਾਂਦਾ ਹੈ। ਹਵਾ ਦੇ ਪ੍ਰਤੀਰੋਧ ਨੂੰ ਧਿਆਨ ਵਿੱਚ ਰੱਖਦੇ ਹੋਏ ਦੱਸੋ ਕਿ ਬੰਬ ਹਵਾਈ ਜਹਾਜ਼ ਦੇ ਪਿੱਛੇ ਧਰਤੀ 'ਤੇ ਡਿੱਗੇਗਾ। ਇੱਕ ਗਰਮ ਅਤੇ ਇੱਕ ਠੰਡੀ ਵਸਤੂ ਨੂੰ ਇੱਕ ਦੂਜੇ ਤੋਂ ਅਲੱਗ ਖਲਾਅ ਵਿੱਚ ਰੱਖਿਆ ਗਿਆ ਹੈ। ਹੇਠ ਲਿਖੇ ਵਿੱਚੋਂ ਕਿਸ ਕਾਰਨ ਗਰਮ ਵਸਤੂ ਦਾ ਤਾਪਮਾਨ ਘਟੇਗਾ? ਉੱਤਰ ਹੈ ਵਿਕਿਰਣ ਕਾਰਨ, ਯਾਨੀ ਕਿ ਰੇਡੀਏਸ਼ਨ ਕਾਰਨ। ਅਗਲਾ ਪ੍ਰਸ਼ਨ, ਲੱਕੜੀ ਦੇ ਇੱਕ ਚਮਚ ਨੂੰ ਆਈਸਕ੍ਰੀਮ ਦੇ ਪਿਆਲੇ ਵਿੱਚ ਡੁਬੋਇਆ ਗਿਆ ਹੈ। ਇਸ ਦਾ ਦੂਜਾ ਸਿਰਾ ਚਾਲਨ ਕਾਰਨ ਠੰਡਾ ਹੋ ਜਾਏਗਾ, ਸੰਵਹਨ ਕਾਰਨ ਠੰਡਾ ਹੋ ਜਾਏਗਾ, ਵਿਕਿਰਣ ਕਾਰਨ ਠੰਡਾ ਹੋ ਜਾਏਗਾ ਜਾਂ ਠੰਡਾ ਨਹੀਂ ਹੋਏਗਾ? ਸੋ ਉੱਤਰ ਹੈ ਠੰਡਾ ਨਹੀਂ ਹੋਏਗਾ। ਚੰਨ ਦੀਆਂ ਅਵਸਥਾਵਾਂ ਦਾ ਕਾਰਨ ਹੈ ਕਿ ਅਸੀਂ ਚੰਨ ਦਾ ਕੇਵਲ ਉਹ ਭਾਗ ਦੇਖ ਸਕਦੇ ਹਾਂ ਜੋ ਸਾਡੇ ਵੱਲ ਪ੍ਰਕਾਸ਼ ਨੂੰ ਪਰਿਵਰਤਿਤ ਕਰਦਾ ਹੈ। ਭੋਜਨ ਪਕਾਉਣ ਦੇ ਬਰਤਨਾਂ ਉੱਤੇ ਨਾ ਚਿਪਕਣ ਵਾਲੀ ਪਰਤ ਹੇਠ ਲਿਖਿਆਂ ਵਿੱਚੋਂ ਕਿਸ ਪਲਾਸਟਿਕ ਦੀ ਹੁੰਦੀ ਹੈ? ਉੱਤਰ ਹੈ ਟੈਫਲੌਨ ਦੀ। ਕਿਹੜੀ ਧਾਤ ਨੂੰ ਪਾਣੀ ਵਿੱਚ ਸੁਰੱਖਿਅਤ ਰੱਖਿਆ ਜਾਂਦਾ ਹੈ? ਹਵਾ ਵਿੱਚ ਖੁੱਲ੍ਹਾ ਰੱਖਣ 'ਤੇ ਇਹ ਧਾਤ ਅੱਗ ਫੜ ਲੈਂਦੀ ਹੈ। ਉੱਤਰ ਹੈ ਫਾਸਫੋਰਸ। ਅਗਲਾ ਪ੍ਰਸ਼ਨ, ਧਾਤਾਂ ਸੋਡੀਅਮ ਹਾਈਡਰੋਕਸਾਈਡ ਨਾਲ ਕਿਰਿਆ ਕਰਕੇ ਕਿਹੜੀ ਗੈਸ ਪੈਦਾ ਕਰਦੀਆਂ ਹਨ? ਉੱਤਰ ਹੈ ਹਾਈਡਰੋਜਨ। ਹੇਠ ਲਿਖਿਆਂ ਵਿੱਚੋਂ ਕਿਹੜਾ ਪਦਾਰਥ ਪੈਟਰੋ ਰਸਾਇਣ ਤੋਂ ਤਿਆਰ ਨਹੀਂ ਕੀਤਾ ਜਾਂਦਾ? ਉੱਤਰ ਹੈ ਕਾਗਜ਼। ਅਧੂਰੇ ਬਾਲਣ ਦੇ ਬਲਣ ਨਾਲ ਕਿਹੜੀ ਗੈਸ ਬਣਦੀ ਹੈ? ਕਾਰਬਨ ਮੋਨੋਆਕਸਾਈਡ। ਸੋਡੀਅਮ ਬਾਈਕਾਰਬੋਨੇਟ ਯਾਨੀ ਕਿ ਬੇਕਿੰਗ ਸੋਡਾ ਗਰਮ ਕਰਨ 'ਤੇ ਕਿਹੜੀ ਗੈਸ ਪੈਦਾ ਕਰਦਾ ਹੈ? ਉੱਤਰ ਹੈ ਕਾਰਬਨ ਡਾਈਆਕਸਾਈਡ। ਅਗਲਾ ਪ੍ਰਸ਼ਨ, ਨੈਫਥੈਲੀਨ ਦੀਆਂ ਗੋਲੀਆਂ ਕੋਲੇ ਦੇ ਭੰਜਨ ਦੁਆਰਾ ਪ੍ਰਾਪਤ ਕਿਸ ਉਪਜ ਤੋਂ ਬਣਾਈਆਂ ਜਾਂਦੀਆਂ ਹਨ? ਉੱਤਰ ਹੈ ਕੋਲਤਾਰ। ਹੇਠ ਲਿਖਿਆਂ ਵਿੱਚੋਂ ਕਿਹੜਾ ਨਾ ਸਮਾਪਤ ਹੋਣ ਵਾਲਾ ਕੁਦਰਤੀ ਸਾਧਨ ਨਹੀਂ ਹੈ? ਸੋ ਕੁਦਰਤੀ ਸਾਧਨ ਨਹੀਂ ਦੱਸਣਾ ਹੈ, ਉਹ ਹੈ ਜੰਗਲ, ਜਾਣੀ ਕਿ ਜੰਗਲ ਸਮਾਪਤ ਹੋ ਸਕਦੇ ਨੇ। ਅਗਲਾ ਪ੍ਰਸ਼ਨ ਹੈ, ਫਿਨੋਲੈਫਥੈਲੀਨ ਇੱਕ ਖਾਰੀ ਸੂਚਕ ਹੈ। ਇਹ ਖਾਰੇ ਘੋਲ ਦਾ ਰੰਗ ਡੈਸ਼ ਕਰ ਦਿੰਦਾ ਹੈ। ਫਿਨੋਲੈਫਥੈਲੀਨ ਇੱਕ ਖਾਰੀ ਸੂਚਕ ਹੈ। ਇਹ ਖਾਰੇ ਘੋਲ ਦਾ ਰੰਗ ਡੈਸ਼ ਕਰ ਦਿੰਦਾ ਹੈ, ਗੁਲਾਬੀ ਰੰਗ ਦਾ। ਅਗਲਾ ਪ੍ਰਸ਼ਨ, ਹੇਠ ਲਿਖਿਆਂ ਵਿੱਚੋਂ ਕਿਹੜਾ ਕੁਦਰਤੀ ਸੂਚਕ ਨਹੀਂ ਹੈ? ਉੱਤਰ ਹੈ ਫਿਨੋਲੈਫਥੈਲੀਨ।
ਸਾਡੇ ਪੇਟ ਦੇ ਅੰਦਰ ਕਿਹੜਾ ਗੈਸਟ੍ਰਿਕ ਤੇਜ਼ਾਬ ਭੋਜਨ ਨੂੰ ਹਜ਼ਮ ਕਰਨ ਵਿੱਚ ਸਹਾਇਤਾ ਕਰਦਾ ਹੈ? ਇਸ ਦਾ ਉੱਤਰ ਹੈ ਹਾਈਡਰੋਕਲੋਰਿਕ। ਅਗਲਾ ਪ੍ਰਸ਼ਨ, ਚੂਨੇ ਦੇ ਪਾਣੀ ਦਾ ਰਸਾਇਣਿਕ ਸੂਤਰ ਕੀ ਹੈ? ਇਸ ਦਾ ਉੱਤਰ ਤੀਸਰੀ ਆਪਸ਼ਨ ਹੈ। ਅਗਲਾ ਪ੍ਰਸ਼ਨ, ਮੁਲਮਾਂਕਰਨ ਕਰਨ ਲਈ ਕਿਹੜੀ ਧਾਤ ਦੀ ਵਰਤੋਂ ਕੀਤੀ ਜਾਂਦੀ ਹੈ? ਉੱਤਰ ਹੈ ਜ਼ਿੰਕ। ਹੇਠ ਲਿਖਿਆਂ ਵਿੱਚੋਂ ਕਿਹੜੇ ਪ੍ਰੋਕੈਰੀਓਟਸ ਹਨ? ਹੇਠ ਲਿਖਿਆਂ ਵਿੱਚੋਂ ਕਿਹੜੇ ਪ੍ਰੋਕੈਰੀਓਟਸ ਹਨ? ਉੱਤਰ ਹੈ ਨੀਲੀ ਹਰੀ ਐਲਗੀ ਅਤੇ ਬੈਕਟੀਰੀਆ। ਅਗਲਾ ਪ੍ਰਸ਼ਨ, ਨਮਕ ਅਤੇ ਖਾਣ ਵਾਲਾ ਤੇਲ ਆਮ ਤੌਰ 'ਤੇ ਪਰਿਰੱਖਿਅਕ ਦੇ ਤੌਰ 'ਤੇ ਵਰਤੇ ਜਾਂਦੇ ਹਨ। ਜੈਮ ਅਤੇ ਸਕੁਐਸ਼ਾਂ ਨੂੰ ਸੁਰੱਖਿਅਤ ਰੱਖਣ ਲਈ ਹੇਠ ਲਿਖਿਆਂ ਵਿੱਚੋਂ ਕਿਸ ਦੀ ਵਰਤੋਂ ਕੀਤੀ ਜਾਂਦੀ ਹੈ? ਉੱਤਰ ਹੈ ਇਹ ਸਾਰੇ, ਭਾਵ ਕਿ ਖੰਡ ਦੀ ਵਰਤੋਂ ਵੀ ਕੀਤੀ ਜਾਂਦੀ ਹੈ, ਸੋਡੀਅਮ ਬੈਂਜ਼ੋਇਡ ਦੀ ਵਰਤੋਂ ਵੀ ਕੀਤੀ ਜਾਂਦੀ ਹੈ ਅਤੇ ਸੋਡੀਅਮ ਮੈਟਾਸਲਫਾਈਡ ਦੀ ਵੀ ਵਰਤੋਂ ਕੀਤੀ ਜਾਂਦੀ ਹੈ। ਅਗਲਾ ਪ੍ਰਸ਼ਨ ਹੈ, ਹੇਠ ਲਿਖਿਆਂ ਵਿੱਚੋਂ ਕਿਹੜਾ ਗਲੋਬਲ ਵਾਰਮਿੰਗ ਲਈ ਜ਼ਿੰਮੇਵਾਰ ਨਹੀਂ ਹੈ? ਉੱਤਰ ਹੈ ਓਜ਼ੋਨ ਪਰਤ। ਕਾਲਮ ਏ ਨੂੰ ਕਾਲਮ ਬੀ ਨਾਲ ਬਣਾਉਣਾ ਹੈ ਇਸ ਦੇ ਵਿੱਚ, ਸੋ ਇਸ ਦਾ ਉੱਤਰ ਹੋਏਗਾ ਤੀਸਰੀ ਆਪਸ਼ਨ। ਅੱਗੇ ਪ੍ਰਸ਼ਨ ਹੈ, ਮੁੱਖ ਖੇਤੀ ਪਾਤੀਆਂ ਨੂੰ ਉਚਿਤ ਤਰਤੀਬ ਵਿੱਚ ਲਿਖਣਾ ਹੈ। ਸੋ ਖੇਤੀ ਪਾਤੀਆਂ ਹਨ, ਇਹ ਦਾਣੇ ਭੰਡਾਰਨ, ਵਾਢੀ, ਬਿਜਾਈ, ਸਿੰਚਾਈ, ਹਲ ਵਾਹੁਣਾ, ਖਾਦ ਪਾਉਣਾ। ਸੋ ਸਹੀ ਤਰਤੀਬ ਹੈ ਦੂਸਰੀ ਆਪਸ਼ਨ। ਅਗਲਾ ਪ੍ਰਸ਼ਨ 122ਵਾਂ, ਹੇਠ ਲਿਖਿਆਂ ਵਿੱਚੋਂ ਕਿਹੜੀ ਰਕਤ ਵਹਿਣੀ ਦਿਲ ਤੋਂ ਖੂਨ ਲੈ ਕੇ ਫੇਫੜੇ ਤੱਕ ਜਾਂਦੀ ਹੈ? ਸੋ ਉੱਤਰ ਹੈ ਫੇਫੜਾ ਧਮਣੀ। ਰਸ ਅੰਕੁਰ ਕਿੱਥੇ ਮਿਲਦੇ ਹਨ? ਉੱਤਰ ਹੈ ਛੋਟੀ ਆਂਦਰ। ਅਗਲਾ ਪ੍ਰਸ਼ਨ, ਪੌਦਿਆਂ ਵਿੱਚ ਪਾਏ ਜਾਣ ਵਾਲੇ ਰੰਗਦਾਰ ਨਿੱਕੜੇ ਅੰਗ ਕਿਹੜੇ ਹਨ? ਉੱਤਰ ਹੈ ਕਲੋਰੋਫਿਲ। ਮਨੁੱਖਾਂ ਵਿੱਚ ਪ੍ਰਜਨਨ ਪ੍ਰਣਾਲੀ ਦੇ ਕਿਸ ਭਾਗ ਵਿੱਚ ਸ਼ੁਕਰਾਣੂਆਂ ਦਾ ਨਿਰਮਾਣ ਹੁੰਦਾ ਹੈ? ਉੱਤਰ ਹੈ ਪਤਾਲੂ। ਦੋਫਲ ਅਤੇ ਸੁਹਾਜਣੇ ਦੇ ਬੀਜ ਹਵਾ ਨਾਲ ਦੂਰ ਤੱਕ ਚਲੇ ਜਾਂਦੇ ਹਨ ਕਿਉਂਕਿ ਉਹਨਾਂ ਕੋਲ ਡੈਸ਼ ਹੁੰਦੇ ਹਨ। ਉੱਤਰ ਹੈ ਖੰਭ ਵਾਲੇ ਬੀਜ। ਹੇਠ ਲਿਖਿਆਂ ਵਿੱਚੋਂ ਕਿਹੜਾ ਪ੍ਰਵਾਸੀ ਪੰਛੀ ਹੈ? ਯਾਨੀ ਕਿ ਉਹ ਪੰਛੀ ਜਿਹੜਾ ਪ੍ਰਵਾਸ ਕਰਦਾ ਹੈ ਉਹ ਹੈ ਸੁਰਖਾਬ। ਮਾਸਿਕ ਚੱਕਰ ਦੇ ਰੁਕ ਜਾਣ ਨੂੰ ਡੈਸ਼ ਆਖਦੇ ਹਨ। ਉੱਤਰ ਹੈ ਰਜੋ ਨਿਵ੍ਰਿਤੀ। ਅਗਲਾ ਪ੍ਰਸ਼ਨ, ਪੌਦਿਆਂ ਵਿੱਚ ਲਿੰਗੀ ਪ੍ਰਜਨਨ ਲਈ ਹੇਠਾਂ ਦਿੱਤੇ ਕਥਨਾਂ ਵਿੱਚੋਂ ਕਿਹੜਾ ਕਥਨ ਸਹੀ ਹੈ? ਉੱਤਰ ਹੈ ਚੌਥੀ ਆਪਸ਼ਨ, ਯਾਨੀ ਕਿ ਪਹਿਲਾ ਅਤੇ ਤੀਸਰਾ ਸਹੀ ਹੈ। ਅਗਲਾ ਪ੍ਰਸ਼ਨ, ਪੁਰਾਣੇ ਅਤੇ ਸਖਤ ਤਣਿਆਂ ਵਿੱਚ ਗੈਸਾਂ ਦੀ ਅਦਲਾ ਬਦਲੀ ਇਹਨਾਂ ਰਾਹੀਂ ਹੁੰਦੀ ਹੈ। ਉਹ ਹੈ ਲੈਂਟੀਸੈਲ। ਇੱਕ ਸਕੂਲ ਦੀ 10+1 ਕਲਾਸ ਵਿੱਚ ਕੁੱਲ 780 ਵਿਦਿਆਰਥੀਆਂ ਵਿੱਚੋਂ 55% ਵਿਦਿਆਰਥੀ ਸਾਇੰਸ ਸਟਰੀਮ ਵਿੱਚ ਪੜ੍ਹਦੇ ਹਨ, ਬਾਕੀ ਵਿਦਿਆਰਥੀ ਕਮਰਸ ਸਟਰੀਮ ਪੜ੍ਹਦੇ ਹਨ। ਕਮਰਸ ਸਟਰੀਮ ਦੇ ਵਿਦਿਆਰਥੀਆਂ ਦੀ ਗਿਣਤੀ ਪਤਾ ਕਰੋ। ਸੋ ਉੱਤਰ ਹੈ 351। ਅੱਗੇ ਵੀ ਇੱਕ ਇਕੁਏਸ਼ਨ ਦਿੱਤੀ ਗਈ ਹੈ ਅਤੇ ਉਸ ਦੇ ਬਰਾਬਰ ਪਤਾ ਕਰਨ ਲਈ ਕਿਹਾ ਗਿਆ ਹੈ। ਸੋ ਇਹ ਇਕੁਏਸ਼ਨ ਬਰਾਬਰ ਹੋਏਗੀ 0 ਦੇ, ਯਾਨੀ ਕਿ ਦੂਸਰੀ ਆਪਸ਼ਨ ਠੀਕ ਹੈ। ਅਗਲਾ ਪ੍ਰਸ਼ਨ ਹੈ, ਇੱਕ ਘਣਾਵ ਦਾ ਆਇਤਨ ਕੀ ਹੋਵੇਗਾ ਜਿਸ ਦੀ ਲੰਬਾਈ, ਚੌੜਾਈ ਅਤੇ ਉਚਾਈ 5xy, 4x ਦੀ ਵਰਗ y ਅਤੇ 7x ਦੀ 4 ਹੈ? ਉੱਤਰ ਹੈ 140 x⁻7 ਐਂਡ y⁻2। ਅਗਲੇ ਵਿੱਚ ਵੀ ਇੱਕ ਸਮੀਕਰਨ ਦਿੱਤਾ ਗਿਆ ਹੈ, ਇਸ ਦਾ ਮੁੱਲ ਪਤਾ ਕਰਨ ਲਈ ਕਿਹਾ ਹੈ। ਸੋ ਇਸ ਦਾ ਮੁੱਲ ਹੋਏਗਾ 0.36। ਅਗਲਾ ਪ੍ਰਸ਼ਨ, ਸੰਖਿਆ 729 ਦੇ ਵਰਗਮੂਲ ਅਤੇ ਘਣਮੂਲ ਦੇ ਕ੍ਰਮਵਾਰ ਸੰਭਾਵੀ ਇਕਾਈ ਦੇ ਅੰਕ ਕੀ ਹੋ ਸਕਦੇ ਹਨ? ਉੱਤਰ ਹੈ 7 ਅਤੇ 9। ਇੱਕ ਘਣ ਬਣਾਉਣ ਲਈ 4 ਸਮ, 2 ਸਮ ਅਤੇ 5 ਸਮ ਭੁਜਾਵਾਂ ਵਾਲੇ ਕਿੰਨੇ ਘਣਾਵਾਂ ਦੀ ਜ਼ਰੂਰਤ ਹੋਵੇਗੀ? ਉੱਤਰ ਹੈ 20। ਜਦੋਂ ਇੱਕ ਪਾਸੇ ਨੂੰ ਇੱਕ ਵਾਰ ਸੁੱਟਿਆ ਜਾਂਦਾ ਹੈ ਤਾਂ ਸੰਖਿਆ 3 ਦੇ ਗੁਣਜ ਪ੍ਰਾਪਤ ਹੋਣ ਦੀ ਕੀ ਸੰਭਾਵਨਾ ਹੈ? ਉੱਤਰ ਹੈ 1/3। ਅਗਲਾ ਪ੍ਰਸ਼ਨ, 4x+4 ਅਤੇ x+4 ਦਾ ਗੁਣਨਫਲ ax ਦੀ ਸਕੇਅਰ ਪਲੱਸ bx ਪਲੱਸ c ਹੈ ਤਾਂ abc ਦਾ ਮੁੱਲ ਹੋਵੇਗਾ 40।
ਦੋ ਕਣਾਂ ਨੂੰ ਜੋੜ ਕੇ ਬਣੇ ਠੋਸ ਦੇ ਫਲਕਾਂ ਦੀ ਗਿਣਤੀ 6 ਹੋਏਗੀ। ਜੇਕਰ ਇੱਕ ਬਹੁਫਲਕ ਦੇ 4 ਤਲ 4 ਸਿਖਰ ਅਤੇ 4 ਕਿਨਾਰੇ ਹੋਣ ਤਾਂ ਬਹੁਫਲਕ ਦਾ ਨਾਂ ਦੱਸੋ। ਉਸ ਦਾ ਨਾਂ ਹੋਏਗਾ ਤ੍ਰਿਭੁਜਾਕਾਰ ਪਿਰਾਮਿਡ। ਅਗਲਾ ਪ੍ਰਸ਼ਨ, ਸੋ ਇਸ ਦੇ ਵਿੱਚ ਕੁਝ ਸਮੀਕਰਨ ਦਿੱਤੀਆਂ ਗਈਆਂ ਹਨ ਅਤੇ ਉਹਨਾਂ ਵਿੱਚੋਂ ਸਹੀ ਗਲਤ ਸਮੀਕਰਨ ਦੀ ਚੋਣ ਕਰਨ ਲਈ ਕਿਹਾ ਗਿਆ ਹੈ। ਸੋ ਗਲਤ ਸਮੀਕਰਨ ਦੂਸਰੀ ਹੈ। ਕਟੌਤੀ ਦਾ ਫਾਰਮੂਲਾ ਦੱਸਣਾ ਹੈ ਇਹਦੇ ਵਿੱਚ। ਸੋ ਉਹ ਹੈ ਕਟੌਤੀ ਬਟਾ ਅੰਕਿਤ ਮੁੱਲ ਗੁਣਾ 100। ਅਗਲਾ ਪ੍ਰਸ਼ਨ, ਇੱਕ ਪਾਸੇ 'ਤੇ ਸੁੱਟਣ 'ਤੇ ਸੰਖਿਆ 4 ਪ੍ਰਾਪਤ ਕਰਨ ਦੀ ਸੰਭਾਵਨਾ ਕੀ ਹੈ। ਸੋ ਇੱਕ ਪਾਸੇ ਵਿੱਚ 4 ਸੰਖਿਆ ਸਿਰਫ ਇੱਕ ਹੀ ਹੁੰਦੀ ਹੈ। ਸੋ ਉੱਤਰ ਹੋਏਗਾ 1/6। ਇੱਕ ਤ੍ਰਿਭੁਜ ਵਿੱਚ ਅਧਿਕ ਕੋਣਾਂ ਦੀ ਸੰਖਿਆ ਡੈਸ਼ ਹੋ ਸਕਦੀ ਹੈ। ਉੱਤਰ ਹੈ 1। ਜੇਕਰ x ਦਾ 30% 72 ਹੋਵੇ ਤਾਂ x ਦਾ ਮੁੱਲ ਹੋਵੇਗਾ 240। ਅਗਲਾ ਪ੍ਰਸ਼ਨ, ਇੱਕ ਵਸਤੂ 100 ਰੁਪਏ ਦੀ ਵੇਚ ਕੇ ਕੁਲਦੀਪ ਨੂੰ 20 ਰੁਪਏ ਲਾਭ ਹੁੰਦਾ ਹੈ। ਉਸ ਦਾ ਲਾਭ ਪ੍ਰਤੀਸ਼ਤ ਹੈ 25। ਹੇਠ ਲਿਖਿਆ ਵਿੱਚੋਂ ਕਿਹੜਾ ਸਹੀ ਹੈ। ਸੋ 0 -4/9 ਤੋਂ ਵੱਡਾ ਹੈ, 0 -4/9 ਤੋਂ ਛੋਟਾ ਹੈ ਜਾਂ 0 -4/9 ਦੇ ਬਰਾਬਰ ਹੈ। ਸੋ 0 -4/9 ਤੋਂ ਛੋਟਾ ਹੁੰਦਾ ਹੈ। ਸੋ ਪਹਿਲੀ ਆਪਸ਼ਨ ਠੀਕ ਹੈ। ਆਇਤ ਦੀ ਲੰਬਾਈ ਕੀ ਹੋਵੇਗੀ ਜਿਸ ਦੀ ਚੌੜਾਈ 12 ਸੈਂਟੀਮੀਟਰ ਅਤੇ ਪਰਿਮਾਪ 36 ਸੈਂਟੀਮੀਟਰ ਹੋਵੇ। ਤਾਂ ਇਸ ਦਾ ਉੱਤਰ ਹੈ 6 ਸੈਂਟੀਮੀਟਰ। ਅੱਗੇ ਸੰਖਿਆ 3.61492 × 10⁻⁶ ਦਾ ਸਧਾਰਨ ਰੂਪ ਪੁੱਛਿਆ ਗਿਆ ਹੈ। ਇਸ ਦਾ ਸਧਾਰਨ ਰੂਪ ਹੈ ਪਹਿਲਾ, ਯਾਨੀ ਕਿ 3614920। ਅਗਲਾ ਪ੍ਰਸ਼ਨ, ਸੋ ਇਸ ਦੇ ਵਿੱਚ ਕੁਝ ਅੰਕ ਦਿੱਤੇ ਗਏ ਨੇ, ਉਹਨਾਂ ਦਾ ਔਸਤ ਕੱਢਣ ਲਈ ਕਿਹਾ ਗਿਆ ਹੈ ਅਤੇ ਇਹਨਾਂ ਦਾ ਔਸਤ ਹੋਏਗਾ 53.8। 739 ਈਸਵੀ ਵਿੱਚ ਅਵਧ ਨੂੰ ਇੱਕ ਸੁਤੰਤਰ ਰਾਜ ਕਿਸ ਨੇ ਬਣਾਇਆ। ਉੱਤਰ ਹੈ ਸਿਆਦਤ ਖਾਂ। ਪਲਾਸੀ ਦੀ ਲੜਾਈ ਕਦੋਂ ਹੋਈ। ਸੋ ਇਸ ਦੇ ਉੱਤਰ ਵਿੱਚ ਥੋੜ੍ਹੀ ਕਨਫਿਊਜ਼ਨ ਹੈ। ਸੋ ਇਹਦੇ ਚਾਰੇ ਹੀ ਆਪਸ਼ਨ ਠੀਕ ਨੇ, ਭਾਵ ਕਿ ਕੋਈ ਜੂਨ ਦੀ ਕੋਈ ਪਰਟੀਕੂਲਰ ਡੇਟ ਨਹੀਂ ਦਿੱਤੀ ਗਈ। ਸੋ ਸਾਰੇ ਆਪਸ਼ਨ ਠੀਕ ਨੇ। ਅਗਲਾ ਪ੍ਰਸ਼ਨ, ਚਿੱਤਰ ਵਿੱਚ ਦਿੱਤੀ ਗਈ ਤਸਵੀਰ ਨੂੰ ਪਛਾਣੋ। ਸੋ ਚਿੱਤਰ ਵਿੱਚ ਦਿੱਤੀ ਤਸਵੀਰ ਹੈ ਜੰਤਰ ਮੰਤਰ। 1911 ਈਸਵੀ ਵਿੱਚ ਅੰਗਰੇਜ਼ਾਂ ਦੁਆਰਾ ਕਿਸ ਨਗਰ ਨੂੰ ਆਪਣੀ ਰਾਜਧਾਨੀ ਬਣਾਇਆ ਗਿਆ। ਉੱਤਰ ਹੈ ਦਿੱਲੀ। 1876 ਈਸਵੀ ਵਿੱਚ ਸਿਵਲ ਸਰਵਿਸਿਜ਼ ਪ੍ਰੀਖਿਆ ਵਿੱਚ ਬੈਠਣ ਦੀ ਉਮਰ 21 ਸਾਲ ਤੋਂ ਘਟਾ ਕੇ ਕਿੰਨੇ ਸਾਲ ਕੀਤੀ ਗਈ। ਉੱਤਰ ਹੈ 19 ਸਾਲ। ਅਗਲਾ ਪ੍ਰਸ਼ਨ, ਰਈਅਤਵਾੜੀ ਪ੍ਰਬੰਧ ਕਿਸ ਨੇ ਲਾਗੂ ਕੀਤਾ। ਉੱਤਰ ਹੈ ਥਾਮਸ ਮੁਨਰੋ। ਤੀਰਥ ਸਿੰਘ ਕਿਸ ਕਬੀਲੇ ਦਾ ਮੋਢੀ ਸੀ। ਉੱਤਰ ਹੈ ਖਾਸੀਸ ਕਬੀਲੇ ਦਾ। ਭਾਰਤ ਵਿੱਚ ਸੂਤੀ ਕੱਪੜੇ ਦਾ ਪਹਿਲਾ ਉਦਯੋਗ ਕਿੱਥੇ ਲੱਗਿਆ। ਉੱਤਰ ਹੈ ਬੰਬਈ। ਭਾਰਤ ਵਿੱਚ ਲੈਪਸ ਨੀਤੀ ਕਿਸ ਨੇ ਸ਼ੁਰੂ ਕੀਤੀ। ਉੱਤਰ ਹੈ ਲਾਰਡ ਡਲਹੌਜ਼ੀ। 1856 ਈਸਵੀ ਵਿੱਚ ਡੈਸ਼ ਨੇ ਇੱਕ ਐਕਟ ਪਾਸ ਕੀਤਾ ਜਿਸ ਅਨੁਸਾਰ ਭਾਰਤੀ ਸੈਨਿਕ ਯੁੱਧ ਵਿੱਚ ਭਾਗ ਲੈਣ ਲਈ ਸਮੁੰਦਰੋਂ ਪਾਰ ਭੇਜੇ ਜਾ ਸਕਦੇ ਨੇ। ਕਿਸ ਨੇ ਐਕਟ ਪੇਸ਼ ਕੀਤਾ। ਉਹ ਹੈ ਲਾਰਡ ਕੈਨਿੰਗ। ਅਗਲਾ ਪ੍ਰਸ਼ਨ, ਮਿੱਟੀ, ਪਾਣੀ, ਦਰਖਤ ਅਤੇ ਪੱਥਰ ਆਦਿ ਕਿਹੜੇ ਸਾਧਨ ਹਨ। ਉੱਤਰ ਹੈ ਇਹ ਕੁਦਰਤੀ ਸਾਧਨ ਹਨ। ਕੋਲਾ ਅਤੇ ਤੇਲ ਨੂੰ ਕਿਹੜੇ ਸਾਧਨ ਕਿਹਾ ਜਾਂਦਾ ਹੈ। ਉੱਤਰ ਹੈ ਜੀਵ ਅਤੇ ਨਿਰਜੀਵ ਸਾਧਨ। ਅਗਲਾ ਪ੍ਰਸ਼ਨ, ਭਾਰਤ ਦਾ ਕਿੰਨੇ ਪ੍ਰਤੀਸ਼ਤ ਭਾਗ ਮੈਦਾਨੀ ਹੈ। ਉੱਤਰ ਹੈ 43%। ਜਦੋਂ ਬੱਦਲ ਤਲ ਰੂਪ ਵਿੱਚ ਧਰਤੀ ਉੱਤੇ ਡਿੱਗਦੇ ਹਨ ਤਾਂ ਉਸ ਨੂੰ ਕੀ ਕਹਿੰਦੇ ਹਨ। ਸੋ ਵਿਦਿਆਰਥੀ ਉਸ ਨੂੰ ਵਰਖਾ ਕਹਿੰਦੇ ਹਨ। ਭਾਰਤੀ ਜੰਗਲੀ ਜੀਵਨ ਬੋਰਡ ਦੀ ਸਥਾਪਨਾ ਕਦੋਂ ਹੋਈ। ਭਾਰਤੀ ਜੰਗਲੀ ਜੀਵਨ ਬੋਰਡ ਦੀ ਸਥਾਪਨਾ ਹੋਈ ਹੈ 1952 ਈਸਵੀ ਵਿੱਚ। ਭਾਰਤ ਵਿੱਚ ਕੱਚਾ ਲੋਹਾ ਕਿੱਥੇ ਮਿਲਦਾ ਹੈ। ਉੱਤਰ ਹੈ ਸਿੰਘਭੂਮ। ਅਗਲਾ ਪ੍ਰਸ਼ਨ, ਚਾਹ ਪੈਦਾ ਕਰਨ ਲਈ ਕਿਸ ਕਿਸਮ ਦੀ ਧਰਤੀ ਦੀ ਲੋੜ ਹੁੰਦੀ ਹੈ।
ਉੱਤਰ ਹੈ ਢਲਾਣਦਾਰ ਧਰਤੀ ਦੀ ਲੋੜ ਹੁੰਦੀ ਹੈ। ਭਾਰਤ ਦਾ 80% ਪਟਸਨ ਕਿੱਥੇ ਪੈਦਾ ਹੁੰਦਾ ਹੈ? ਉੱਤਰ ਹੈ ਪੱਛਮੀ ਬੰਗਾਲ ਵਿੱਚ। ਭਾਰਤ ਦੇ ਕਿਸ ਰਾਜ ਨੂੰ ਛੱਡ ਕੇ ਸਾਰੇ ਰਾਜ ਪਣ ਬਿਜਲੀ ਤਿਆਰ ਕਰਦੇ ਹਨ? ਉੱਤਰ ਹੈ ਗੋਆ। ਸੰਸਾਰ ਦਾ ਸਭ ਤੋਂ ਵੱਧ ਸੋਨਾ ਪੈਦਾ ਕਰਨ ਵਾਲਾ ਦੇਸ਼ ਕਿਹੜਾ ਹੈ? ਉੱਤਰ ਹੈ ਦੱਖਣੀ ਅਫਰੀਕਾ। ਅਗਲਾ ਪ੍ਰਸ਼ਨ, ਜਦੋਂ ਭਾਰਤ ਆਜ਼ਾਦ ਹੋਇਆ ਤਾਂ ਗੁਲਾਮੀ ਦੀਆਂ ਜ਼ੰਜੀਰਾਂ ਤੋੜਨ ਲਈ ਅਤੇ ਸੁਤੰਤਰ ਭਾਰਤ ਲਈ ਇੱਕ ਨਵੇਂ ਕਾਨੂੰਨ ਦੀ ਪੁਸਤਕ ਦਾ ਨਿਰਮਾਣ ਕੀਤਾ ਗਿਆ। ਉਸ ਕਾਨੂੰਨ ਦੀ ਪੁਸਤਕ ਨੂੰ ਕੀ ਕਿਹਾ ਜਾਂਦਾ ਹੈ? ਉੱਤਰ ਹੈ ਸੰਵਿਧਾਨ। ਕਿਸ ਨਦੀ ਦੇ ਕੰਢੇ 'ਤੇ ਪੰਡਿਤ ਜਵਾਹਰ ਲਾਲ ਨਹਿਰੂ ਦੀ ਅਗਵਾਈ ਵਿੱਚ ਪੂਰਨ ਸਵਰਾਜ ਦਾ ਮਤਾ ਪਾਸ ਕੀਤਾ ਗਿਆ? ਉੱਤਰ ਹੈ ਰਾਵੀ। ਭਾਰਤ ਦਾ ਸੰਵਿਧਾਨ ਬਣਾਉਣ ਲਈ ਬਣੀ ਕਮੇਟੀ ਦਾ ਸਥਾਈ ਪ੍ਰਧਾਨ ਕਿਸ ਨੂੰ ਬਣਾਇਆ ਗਿਆ? ਉੱਤਰ ਹੈ ਡਾਕਟਰ ਰਾਜਿੰਦਰ ਪ੍ਰਸਾਦ ਨੂੰ। ਦਾਜ ਦੀ ਲਾਹਨਤ ਨੂੰ ਰੋਕਣ ਲਈ ਸਰਕਾਰ ਵੱਲੋਂ ਕਦੋਂ ਕਾਨੂੰਨ ਬਣਾਇਆ ਗਿਆ? ਉੱਤਰ ਹੈ 1961 ਈਸਵੀ ਵਿੱਚ। ਭਾਰਤੀ ਸੰਸਦ ਦੇ ਕਿੰਨੇ ਸਦਨ ਹੁੰਦੇ ਹਨ? ਭਾਰਤੀ ਸੰਸਦ ਦੇ 2 ਸਦਨ ਹੁੰਦੇ ਹਨ। ਕਿਹੜੇ ਦੇਸ਼ ਦਾ ਸੰਵਿਧਾਨ 26 ਜਨਵਰੀ 1950 ਨੂੰ ਲਾਗੂ ਕੀਤਾ ਗਿਆ ਸੀ? ਉੱਤਰ ਹੈ ਭਾਰਤ ਦਾ ਸੰਵਿਧਾਨ। ਕਿਸ ਰਾਜ ਵਿੱਚ ਸਾਰੇ ਧਰਮ ਬਰਾਬਰ ਹੁੰਦੇ ਹਨ ਅਤੇ ਉਹਨਾਂ ਨੂੰ ਬਰਾਬਰ ਮਾਨਤਾ ਦਿੱਤੀ ਜਾਂਦੀ ਹੈ? ਉੱਤਰ ਹੈ ਧਰਮ ਨਿਰਪੱਖ ਰਾਜ। ਭਾਰਤੀ ਸੰਵਿਧਾਨ ਵਿੱਚ ਕਿਹੜੇ ਅਨੁਛੇਦ ਸਮਾਨਤਾ ਦੇ ਅਧਿਕਾਰ ਨਾਲ ਸੰਬੰਧਿਤ ਹਨ? ਉੱਤਰ ਹੈ ਅਨੁਛੇਦ 14 ਤੋਂ 18। ਭਾਰਤੀ ਸੰਵਿਧਾਨ ਵਿੱਚ ਧਾਰਾ 19 ਦੇ ਅਨੁਸਾਰ ਕਿਹੜੀ ਸੁਤੰਤਰਤਾ ਦੀ ਗੱਲ ਕੀਤੀ ਗਈ ਹੈ? ਇਸ ਦਾ ਉੱਤਰ ਹੈ ਉਪਰੋਕਤ ਸਾਰੇ, ਭਾਵ ਕਿ ਵਿਚਾਰ ਪ੍ਰਗਟ ਕਰਨ ਦੀ ਸੁਤੰਤਰਤਾ, ਇਕੱਤਰ ਹੋਣ ਦੀ ਸੁਤੰਤਰਤਾ ਅਤੇ ਘੁੰਮਣ ਫਿਰਨ ਦੀ ਸੁਤੰਤਰਤਾ। ਹੁਣ ਅੱਜ ਦਾ ਆਖਰੀ ਪ੍ਰਸ਼ਨ, ਹੇਠ ਲਿਖਿਆਂ ਵਿੱਚੋਂ ਕਿਹੜਾ ਧਰਮ ਨਿਰਪੱਖ ਦੇਸ਼ ਹੈ? ਉੱਤਰ ਹੈ ਭਾਰਤ। ਸੋ ਪਿਆਰੇ ਵਿਦਿਆਰਥੀਓ, ਇਹ ਸੀ 2021 ਦੇ ਸੈਟ ਦੇ ਪ੍ਰਸ਼ਨਾਂ ਦਾ ਹੱਲ। ਸੋ ਇਹੋ ਜਿਹੀ ਵੀਡੀਓ ਲੈ ਕੇ ਤੁਹਾਡੇ ਨਾਲ ਫਿਰ ਮੁਲਾਕਾਤ ਹੋਏਗੀ। ਤਦ ਤੱਕ ਲਈ ਸ਼ੁਕਰੀਆ। ਥੈਂਕਸ।